ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸਰਦਾਰ ਨਰਿੰਦਰਪਾਲ ਸਿੰਘ। ਅਕਸਰ ਇਹ ਕਿਹਾ ਜਾਂਦਾ ਹੈ ਕਿ ਔਖੇ ਵੇਲਿਆਂ 'ਚ ਕਿਸੇ ਬੰਦੇ ਦੇ ਸ਼ਖਸੀ ਬੈਲੈਂਸ ਦਾ ਪਤਾ ਲੱਗਦਾ ਹੈ, ਇਮਤਿਹਾਨ ਵੇਲੇ ਪਤਾ ਲੱਗਦਾ ਹੈ ਕਿ ਉਹਦੀ ਸ਼ਖਸੀਅਤ ਕਿੰਨੀ ਬੁਲੰਦ ਹੈ। ਸਿਆਸਤ ਵਿੱਚ ਇਹ ਗੱਲ ਹੋਰ ਜ਼ਿਆਦਾ ਅਹਿਮ ਹੋ ਜਾਂਦੀ ਹੈ ਕਿ ਕੌਣ ਮੁਸੀਬਤ ਵੇਲੇ ਜ਼ਿਆਦਾ ਬੈਲੈਂਸ ਬਣਾ ਕੇ ਚੱਲਦਾ ਹੈ। ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਵਿੱਚ ਘਮਾਸਾਨ ਸੀ ਔਰ ਇਸ ਘਮਾਸਾਨ ਦੇ ਵਿੱਚ ਵੱਖ-ਵੱਖ ਪੱਧਰ ਤੇ ਨੇਤਾਵਾਂ ਦੇ ਸ਼ਖਸੀ ਗੁਣਾਂ ਦਾ ਮੁਲਾਂਕਣ ਵੀ ਹੋਇਆ। ਕਿਹਦਾ ਕੱਦ ਕਿੰਨਾ ਵੱਡਾ ਹੈ ਔਰ ਕਿਹੜਾ ਬੌਣਾਪਣ ਦਿਖਾ ਗਿਆ, ਇਹਦੀ ਸਮੀਖਿਆ ਵੀ ਲੋਕ ਕਰਦੇ ਆ। ਸਿਆਸੀ ਪੰਡਿਤ ਤਾਂ ਕਿਸੇ ਨੂੰ ਬਖਸ਼ਦੇ ਹੀ ਨਹੀਂ। ਇੰਨੇ ਦਿਨੀ ਸਵਾਲ ਉੱਠ ਰਿਹਾ ਕਿ ਆਖਰ ਪ੍ਰਤਾਪ ਸਿੰਘ ਬਾਜਵਾ ਔਰ ਕੈਪਟਨ ਅਮਰਿੰਦਰ ਸਿੰਘ ਵਿੱਚ ਜਿਹੜੇ ਸਿੰਘ ਫਸੇ ਆ, ਇਹਦੀ ਸਕ੍ਰਿਪਟ ਕਿੱਥੇ ਲਿਖੀ ਗਈ? ਇਹ ਵੀ ਸਵਾਲ ਉੱਠਦਾ ਹੈ ਕਿ ਅਕਸਰ ਕੈਪਟਨ ਅਮਰਿੰਦਰ ਸਿੰਘ ਬਾਜਵਾ ਦੀਆਂ ਚਿੱਠੀਆਂ ਤੇ ਉਹਨਾਂ ਦੀਆਂ ਚੋਭਾਂ ਤੇ ਅੱਖਾਂ ਮੀਟ ਛੱਡਦੇ ਸੀ, ਐਤਕਾ ਰਿਐਕਟ ਕਿਉਂ ਕਰ ਗਏ? ਇੱਕ ਹੋਰ ਸਵਾਲ ਵੀ ਉੱਠਦਾ ਹੈ ਕਿ ਅੰਦਰੂਨੀ ਸੂਤਰ ਦੱਸਦੇ ਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਔਰ ਬਾਜਵਾ ਦੇ ਵਿੱਚ ਇੱਕ ਮੀਟਿੰਗ ਕਰਾਉਣ ਦਾ ਇਹਨਾਂ ਦੇ ਵਿੱਚ ਆਪਸੀ ਜਿਹੜੀ ਦੁਫੇੜ ਸੀ ਉਹਨੂੰ ਘਟਾਉਣ ਦਾ ਯਤਨ ਹੋ ਰਿਹਾ ਸੀ ਔਰ ਇਹਨਾਂ ਮਰਹਲਿਆਂ ਦੇ ਵਿੱਚ ਇਸ ਲੜੀ 'ਚ ਇੱਕ ਸਿਲਸਿਲਾ ਐਸਾ ਵੀ ਆਇਆ ਜਦੋਂ ਮਹਾਰਾਣੀ ਪ੍ਰਨੀਤ ਕੌਰ ਨਾਲ ਪ੍ਰਤਾਪ ਸਿੰਘ ਬਾਜਵਾ ਦੀ ਮੀਟਿੰਗ ਹੋ ਜਾਂਦੀ। ਇੱਕ ਸਮਾਂ ਐਸਾ ਸੀ ਜਦੋਂ 3 ਮੈਂਬਰ ਪਾਰਲੀਮੈਂਟ ਵਿੱਚ ਸੀਗੇ ਕਿ ਬਾਜਵਾ ਔਰ ਕੈਪਟਨ ਅਮਰਿੰਦਰ ਸਿੰਘ ਦੀ ਮੁਕਾਲੀ ਜਾਵੇ। ਫਿਰ ਹੱਡਲ ਕੌਣ ਬਣਦਾ ਹੈ, ਵਿੱਚ ਰੋੜਾ ਕੌਣ ਬਣਦਾ, ਇਹ ਵੀ ਸਵਾਲ ਹੈ। ਇਹ ਅੱਗੇ ਜਾ ਕੇ ਵਿਸਥਾਰ ਦੇਵਾਂਗੇ। ਇੱਕ ਹੋਰ ਵੀ ਸਵਾਲ ਉੱਠ ਜਾਂਦਾ ਹੈ ਕਿ ਕੀ ਮੈਂਬਰ ਪਾਰਲੀਮੈਂਟ ਇੰਨੇ ਨਗੂਣੇ ਹੁੰਦੇ ਆ ਕਿ ਐਮਐਲਏ ਉਹਨਾਂ ਨੂੰ ਸਾਹ ਨਹੀਂ ਲੈਣ ਦਿੰਦੇ, ਖੰਘਣ ਨਹੀਂ ਦਿੰਦੇ? ਮੈਂਬਰ ਪਾਰਲੀਮੈਂਟ ਵੱਡੇ ਕੱਦ ਵਾਲੇ ਨੇਤਾ ਨੂੰ ਬਣਾਇਆ ਜਾਂਦਾ, ਭਾਵੇਂ ਉਹ ਰਾਜ ਸਭਾ ਹੋਵੇ ਭਾਵੇਂ ਲੋਕ ਸਭਾ ਹੋਵੇ, ਲੇਕਿਨ ਇਹ ਹੈਵੀ ਵੇਟ ਊਣੇ ਕਿਉਂ ਮੰਨ ਲਏ ਜਾਂਦੇ ਆ? ਇੱਕ ਹਲਕੇ ਦੇ ਵਿੱਚ ਇੱਕ ਕਨਸਟੀਟੂਐਂਸੀ ਜਿਹੜੀ ਹੁੰਦੀ ਆ ਵਿਧਾਨ ਸਭਾ ਦੀ, ਉਹਦੇ ਵਿੱਚ ਇੱਕ ਸਿੰਗਲ ਬੰਦੇ ਨੂੰ ਇਹ ਸਪੋਰਟ ਨਹੀਂ ਕਰ ਸਕਦੇ, ਐਮਐਲਏ ਲੱਤ ਡਾ ਕੇ ਖਲੋ ਜਾਂਦੇ, ਦਖਲ ਕਿਉਂ ਦੇਣ? ਬਿਲਕੁਲ ਸਹੀ ਗੱਲ। ਇੱਕ ਹੋਰ ਸਰਦਾਰ ਸਾਹਿਬ ਸਵਾਲ ਹੈ ਕਿ ਸੁਖਬੀਰ ਸਿੰਘ ਬਾਦਲ ਅਚਨਚੇਤ 11 ਤਰੀਕ ਵਾਲਾ ਸੋਨੀਆ ਗਾਂਧੀ ਦੇ ਦਰਵਾਜ਼ੇ ਤੇ ਦਿੱਤੇ ਜਾਣ ਵਾਲਾ ਧਰਨਾ ਰੱਦ ਕਿਉਂ ਕਰ ਦਿੰਦੇ? ਅੱਛਾ, ਹਾਂ, ਇਹ ਕਿੰਨੇ ਸਾਰੇ ਸਵਾਲ ਇਕੱਠੇ ਹੋ ਕੇ ਸਾਨੂੰ ਘੇਰੀ ਖੜੇ ਆ। ਆਪਾਂ ਜਿਹੜੇ ਮਿੱਠੂ ਸਿੰਘ, ਸਰਦਾਰ ਮਿੱਠੂ ਸਿੰਘ ਕਾਨੇਕੇ ਦੀ ਗੱਲ ਕੀਤੀ ਸੀ, ਅੱਜ ਉਹ ਵੀ ਅੱਗ ਬਬੂਲਾ ਹੋਏ ਫਿਰਦੇ ਸੀ। ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦੇ ਆ, ਮੁੱਢਲੀ ਮੈਂਬਰਸ਼ਿਪ ਛੱਡ ਦਿੰਦੇ। ਸੋ ਇਹ ਸਾਰੇ ਸਵਾਲ ਐਡਰੈਸ ਕਰਾਂਗੇ। ਮੈਂ ਪਹਿਲਾਂ ਤੁਹਾਨੂੰ ਜੀ ਆਇਆਂ ਆਖਦਾ ਹੈ ਔਰ ਸਭ ਤੋਂ ਪਹਿਲਾ ਸਵਾਲ ਇਹ ਆ ਕਿ ਆਖਰ ਕੈਪਟਨ ਅਮਰਿੰਦਰ ਸਿੰਘ ਭੜਕ ਕਿਉਂ ਗਏ? ਜਦੋਂ ਪਹਿਲਾਂ ਉਹ ਚੁੱਪ ਰਹਿੰਦੇ ਸੀ, ਐਰਕਾਂ ਕੀ ਹੋਇਆ ਕਿ ਉਹ ਭੜਕ ਗਏ? ਮੈਂ ਇੱਕ ਛੋਟੀ ਜਿਹੀ ਭੂਮਿਕਾ ਦੇ ਦੇਣਾ, ਉਸ ਤੋਂ ਅੱਗੇ ਤੁਸੀਂ ਜ਼ਰੂਰ ਗੱਲ ਕਰਿਓ। ਸਵਾਲ ਇਹ ਖੜਾ ਹੁੰਦਾ ਹੈ ਕਿ ਬੇਸ਼ੱਕ ਅਕਾਲੀ ਦਲ ਵਾਲੇ ਸ਼ਰਾਬ ਦੇ ਮਾਮਲੇ 'ਚ ਰੌਲਾ ਪਾਉਂਦੇ ਸੀ, ਗਵਰਨਰ ਕੋ ਜਾਂਦੇ ਸੀ, ਟਕਸਾਲੀ ਗਏ, ਢੀਂਡਸਾ ਸਾਹਿਬ ਗਏ, ਸਾਰੇ ਗਏ, ਫਰਕ ਨਹੀਂ ਪੈਂਦਾ। ਆਮ ਆਦਮੀ ਪਾਰਟੀ ਨੇ ਅਮਰਿੰਦਰ ਸਿੰਘ ਨੂੰ ਲੱਭਣ ਦੀ ਗੱਲ ਪ੍ਰਕਿਰਿਆ ਛੇੜਤੀ ਔਰ ਥਾਂ ਥਾਂ ਹੋ ਗਏ। ਲੇਕਿਨ ਸਭ ਤੋਂ ਮੁਸ਼ਕਲ ਘਾਟੀ ਇਹ ਸੀ ਜਦੋਂ ਦੋ ਸਾਬਕਾ ਪ੍ਰਧਾਨ, ਮੌਜੂਦਾ ਰਾਜ ਸਭਾ ਮੈਂਬਰ ਦੁੱਲੋ ਤੇ ਬਾਜਵਾ ਜਾਂਦੇ ਆ, ਉਦੋਂ ਇੱਕ ਡਰ ਪੈਦਾ ਹੁੰਦਾ ਅੰਦਰ ਕਿ ਜਿਹੜੇ ਸਰਕਾਰ ਦੇ ਹਲਕੇ ਆ, ਕਾਂਗਰਸ ਗਵਰਨਮੈਂਟ ਜਿਹੜੀ ਪੰਜਾਬ 'ਚ ਉਹਦੇ ਹਲਕੇ ਦੱਸਦੇ ਆ ਕਿ ਜਦੋਂ ਇਹ 2 ਮੈਂਬਰ ਪਾਰਲੀਮੈਂਟ ਸੀਬੀਆਈ ਜਾਂਚ ਦੀ ਮੰਗ ਕਰਦੇ ਆ, ਉਹ ਮੰਗ ਬੜੀ ਪੁਖਤਾ ਹੁੰਦੀ। ਜੇ ਗਵਰਨਰ ਉਹ ਚਿੱਠੀ ਨੂੰ ਫਾਰਵਰਡ ਕਰ ਚੁੱਕੇ ਆ, ਮੰਨ ਲਓ ਜੇ ਇਹ ਜਿਹੜਾ ਪੱਤਰ 2 ਰਾਜ ਸਭਾ ਮੈਂਬਰ ਦੁੱਲੋ ਔਰ ਬਾਜਵਾ ਵੱਲੋਂ ਦਿੱਤਾ ਗਿਆ, ਜੇ ਗ੍ਰਹਿ ਮੰਤਰਾਲੇ ਨੂੰ ਉਹ ਫਾਰਵਰਡ ਕਰ ਦਿੰਦੇ ਆ ਤੇ ਗ੍ਰਹਿ ਮੰਤਰਾਲਾ ਉਹਨਾਂ ਦੋਨਾਂ ਦੇ ਆਧਾਰ ਤੇ ਇਹ ਇਨਕੁਆਇਰੀ ਸੀਬੀਆਈ ਦੇ ਹਵਾਲੇ ਕਰਦਾ ਹੈ ਤੇ ਅਗਲਾ ਸਾਲ 1.5 ਸਾਲ ਸਫਾਈਆਂ ਦਿੰਦਿਆਂ ਲੰਘ ਜਾਣਾ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਲੱਗਿਆ ਕਿ ਹੁਣ ਪਾਣੀ ਸਿਰੋਂ ਲੰਘ ਗਿਆ, ਗੁੱਸੇ ਦਾ ਪੱਧਰ ਵੱਧ ਗਿਆ ਤੇ ਜਿਹੜਾ ਉਹ ਜ਼ਬਤ ਰੱਖ ਕੇ ਬੈਠੇ ਸੀ, ਉਹਨਾਂ ਨੇ ਸੁਨੀਲ ਜਾਖੜ ਰਾਹੀਂ ਹਮਲਾ ਬੋਲਿਆ, ਜਿਹੜਾ ਮਹਿੰਗਾ ਪਿਆ। ਇਸ ਮਾਮਲੇ 'ਚ ਅੰਦਰ ਦੀਆਂ ਗੱਲਾਂ ਇਹ ਨੇ ਕਿ ਬਾਜਵਾ ਸਾਹਿਬ ਨੂੰ ਕੋਈ ਮੌਕਾ ਨਹੀਂ ਸੀ ਲੱਗ ਰਿਹਾ, ਉਹਨਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਸੀ। ਲੇਕਿਨ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਕੈਪਟਨ ਅਮਰਿੰਦਰ ਤੇ ਜਾਖੜ ਕਾਰਨਰ ਹੋਏ ਇੱਕ ਤਰ੍ਹਾਂ ਨਾਲ। ਪ੍ਰਤਾਪ ਸਿੰਘ ਬਾਜਵਾ ਨੂੰ ਇੰਨੀ ਮਾਈਲੇਜ ਮਿਲੀ, ਇੰਨੇ ਚੈਨਲ ਮਿਲੇ, ਇੰਨੀ ਜ਼ਿਆਦਾ ਲੋਕਾਂ ਦੇ ਵਿੱਚ ਵਾਹਵਾ ਮਿਲੀ ਕਿ ਉਹ ਜਿਹੜੇ ਸਿਆਸੀ ਤੌਰ ਤੇ ਸਾਹ ਵਿਹੂਣੇ ਸੀਗੇ ਉਹ ਨੱਚਣ ਲੱਗ ਗਏ। ਉਹਨਾਂ ਨੂੰ ਐਸੇ ਪਲੇਟਫਾਰਮ ਮਿਲੇ, ਵਰਕਰ ਇਹ ਗੱਲ ਕਹਿਣ ਲੱਗੇ ਕਿ ਆਹ ਗੱਲ ਬਣੀ ਹੈ, ਇਹ ਏਦਾਂ ਹੋਣਾ ਚਾਹੀਦਾ। ਸੋ ਇਹ ਮੌਕੇ ਕਿੱਦਾਂ ਫਰਾਹਮ ਕੀਤੇ ਗਏ, ਕਿਹੜੇ ਸਲਾਹਕਾਰ ਸੀਗੇ ਦੋਨੇ ਧਿਰਾਂ, ਇਹ ਸਾਰਾ ਮੁਲਾਂਕਣ ਚਾਹੂਗਾ। ਮੇਰੇ ਖਿਆਲ ਤੁਹਾਡੀ ਰਾਏ ਮੁੱਲਵਾਨ ਹੋਊਗੀ। ਦੇਖੋ, ਅੰਗਰੇਜ਼ੀ 'ਚ ਕਹਾਵਤ ਆ, ਕਹਿੰਦੇ ਹੀ ਹੂ ਵੇਅਰਸ ਦਾ ਕਰਾਊਨ ਜੀ ਫੀਲਸ ਦਾ ਵੇਟ। ਜਿਹਦੇ ਸਿਰ ਤੇ ਮੁਕਟ ਹੈ
ਉਹਨੂੰ ਪਤਾ ਹੁੰਦਾ ਕਿ ਇਸ ਮੁਕਤ ਦਾ ਭਾਰ ਕਿੰਨਾ ਹੈ ਜੀ। ਹੁਣ ਚਾਹੇ ਤੁਸੀਂ ਕਿਸੇ ਨੂੰ ਮੈਂਬਰ ਪਾਰਲੀਮੈਂਟ ਕਹੋ, ਕਹਿਣ ਨੂੰ ਤੇ ਮੈਂਬਰ ਪਾਰਲੀਮੈਂਟ 9 ਵਿਧਾਨ ਸਭਾ ਹਲਕਿਆਂ ਤੋਂ ਚੁਣਿਆ ਜਾਂਦਾ। ਔਸਤਨ ਅੰਮ੍ਰਿਤਸਰ ਜ਼ਿਲ੍ਹਾ ਜਿਹੜਾ ਸਾਡਾ ਆ, ਇੱਕ ਹਲਕੇ ਦੇ ਵਿੱਚ ਵਿਧਾਨ ਸਭਾ ਹਲਕੇ 'ਚ 1.5 ਲੱਖ ਵੋਟ ਬਣਦੀ ਹੈ, ਔਰ 1.5 ਲੱਖ ਵੋਟ ਨੂੰ ਜਦੋਂ ਤੁਸੀਂ 9 ਹਲਕਿਆਂ ਨਾਲ ਜਮਾ ਘਟਾਓ ਕਰਦੇ ਹੋ ਤੇ ਫਿਰ ਦੇਖੋ ਵੀ ਕਿੰਨਾ ਛੱਜ ਭਾਰਾ ਆ। ਇੱਕ MP ਬਣਨ ਦੇ ਲਈ ਅੰਮ੍ਰਿਤਸਰ ਦੇ ਇੱਕ ਨੁੱਕਰ ਤੋਂ ਤੁਰ ਕੇ ਜ਼ਿਲ੍ਹੇ ਦੀ ਦੂਜੀ ਨੁੱਕਰ ਤੱਕ ਜਾਣਾ ਪੈ ਜਾਂਦਾ ਜੀ। ਲੇਕਿਨ ਜਦੋਂ ਗੱਲ ਆਉਂਦੀ ਆ ਕਿ ਮੈਂ ਤੁਹਾਡੀ ਜਿਹੜੀ ਸਾਰੀ ਤਰਜਮਾਨੀ ਆ, ਤੁਹਾਡੀ ਕਹੀ ਹੋਈ ਗੱਲ ਜਾਂ 117 ਲੋਕਾਂ ਦੀ ਕਹੀ ਹੋਈ ਗੱਲ ਨੂੰ ਜਦੋਂ ਇਹ 13 ਬੰਦੇ ਲੈ ਕੇ ਪਾਰਲੀਮੈਂਟ ਪੁੱਜਦੇ ਨੇ ਤੇ ਫਿਰ ਥੱਲੇ ਵਾਲੇ ਕਹਿੰਦੇ ਕਿਹੜਾ ਸਾਨ ਕੀਤਾ ਜੇ, ਜਾਣਾ ਨਹੀਂ ਸੀ, ਅਸੀਂ 117 ਨਹੀਂ ਤੇ 13 ਬਣਾਏ ਨੇ। ਫਿਰ ਜਦੋਂ ਇੰਨੀ ਕੁ ਗੱਲ ਸੁਣ ਲੈਂਦੇ ਨੇ ਤੇ ਫਿਰ ਕਿਤੇ ਨਾ ਕਿਤੇ ਐਸਾ ਮੌਕਾ ਆ ਜਾਂਦਾ ਜਿਹਨੂੰ ਕਹਿੰਦੇ ਨੇ ਕੋਈ ਦੁੱਖ ਦੀ ਰਗ ਦੇ ਉੱਤੇ ਹੱਥ ਰੱਖ ਦਿੰਦਾ। ਹਾਲਾਤ ਇਹੋ ਹੀ ਬਣੇ ਨੇ। ਵੈਸੇ ਇਹਨਾਂ ਨੂੰ ਜੇ ਦੇਖਿਆ ਜਾਵੇ ਤੇ ਕੁਝ ਸਮੇਂ ਦੇ ਲਈ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਜੋ ਇਸ ਮਸਲੇ ਦੇ ਉੱਤੇ, ਸ਼ਰਾਬ ਦੇ ਮਸਲੇ ਦੇ ਉੱਤੇ ਜੋ ਆਵਾਜ਼ ਬੁਲੰਦ ਕੀਤੀ, ਸ਼ਾਇਦ ਅਕਾਲੀ ਦਲ ਨੂੰ ਲੱਗਾ ਕਿ ਸਾਡੇ ਹੌਸਲੇ ਬੁਲੰਦ ਹੋ ਗਏ ਨੇ, ਸਾਡੇ ਹੌਸਲੇ ਬੁਲੰਦ ਹੋ ਗਏ ਨੇ ਤੇ ਹੁਣ ਅਸੀਂ ਬਾਦਸ਼ਾਹ ਹੁਣ ਨਹੀਂ ਦੇਖਦੇ, ਹੁਣ ਨਹੀਂ ਸਰਦਾਰ ਸਾਹਿਬ, ਥੋੜਾ ਜਿਹਾ ਘਟਨਾਵਾਂ ਦਾ ਬੈਲੈਂਸ ਬਣਾਓ। ਤੁਹਾਨੂੰ ਯਾਦ ਹੈ ਜਦੋਂ ਪਹਿਲਾਂ ਅਕਾਲੀ ਸਰਕਾਰ ਵੇਲੇ ਨਸ਼ਿਆਂ ਦੇ ਮੁੱਦੇ ਤੇ ਪ੍ਰਤਾਪ ਸਿੰਘ ਬਾਜਵਾ ਉਦੋਂ ਪ੍ਰਦੇਸ਼ ਪ੍ਰਧਾਨ ਹੁੰਦੇ ਸੀ ਤੇ CBI ਜਾਂਚ ਦੀ ਮੰਗ ਸਿਰੇ ਤੇ ਲੈ ਗਏ ਸੀ, ਲੱਗਣ ਲੱਗਿਆ ਸੀ ਕਿ ਹੁਣ ਅਨਾਉਂਸ ਹੋਈ, ਕੱਲ ਅਨਾਉਂਸ ਹੋਈ, ਪਰਸੋਂ ਅਨਾਉਂਸ ਹੋਈ, ਲੇਕਿਨ ਉਹ ਸੰਭਵ ਨਾ ਹੋ ਸਕਿਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਲਾਸਟ ਮੂਮੈਂਟ ਤੇ ਕਹਿੰਦੇ ਸੀਗੇ ਕਿ ਪੰਜਾਬ ਪੁਲਿਸ ਤੇ ਸਾਨੂੰ ਭਰੋਸਾ, CBI ਦੀ ਸਾਨੂੰ ਜ਼ਰੂਰਤ ਨਹੀਂ ਗੀ। ਉਹ ਗੱਲ ਖਟਾਈ ਚ ਪੈ ਗਈ। ਉਦੋਂ ਦਾ ਹੀ 36 ਦਾ ਅੰਕੜਾ ਅਕਾਲੀਆਂ ਤੇ ਬਾਜਵੇ ਚ ਚੱਲਿਆ ਆਉਂਦਾ। ਬਾਜਵਾ ਦਾ ਉਭਾਰ ਅਕਾਲੀਆਂ ਨੂੰ ਵੀ ਅੱਛਾ ਨਹੀਂ ਲੱਗ ਰਿਹਾ। ਬਾਜਵਾ ਦਾ ਉਭਾਰ ਅਕਾਲੀਆਂ ਨੂੰ ਬਹੁਤਾ ਸੌਜਲਦਾ ਨਹੀਂ ਕਿਉਂਕਿ ਪਿਛਲੇ ਸਮੇਂ ਚ ਕਹਿੰਦੇ ਰਹੇ ਆ ਕਿ ਜਿਹੜੀ ਇਹ ਸਰਕਾਰ ਤੇ ਪੁਰਾਣੀ ਸਰਕਾਰ ਦੋਵਾਂ ਦੇ ਵਿੱਚ ਕੋਈ ਨਾ ਕੋਈ ਤੇ ਤੰਦ ਬਣੀ ਹੋਈ ਆ। ਸੋ ਇਸ ਵੇਲੇ ਜਿਹੜੇ ਹਾਲਾਤ ਆ ਉਹਦੇ ਵਿੱਚ ਇਹ ਸੁਖਬੀਰ ਹੋਣਾ ਦਾ ਫੈਸਲਾ ਕੋਈ ਹੋਰ ਇੰਡੀਕੇਟ ਕਰਦਾ। ਭਾਵੇਂ ਉਹਨਾਂ ਨੇ 15 ਅਗਸਤ ਤੇ ਜਸ਼ਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਕਿਹਾ ਕਿ ਅਸੀਂ 11 ਨੂੰ ਨਹੀਂ ਜਾ ਰਹੇ, ਲੇਕਿਨ ਕਹਿਣ ਵਾਲੇ ਕਹਿੰਦੇ ਕਿ ਮੁੱਦਾ ਇੰਨਾ ਉਛਲ ਗਿਆ ਸੀ ਬਾਜਵੇ ਦੀ ਸਾਰੀ ਗੱਲਬਾਤ ਤੋਂ ਬਾਅਦ, ਦੂਲੋ ਤੋਂ ਬਾਅਦ, ਸੋਨੀਆ ਗਾਂਧੀ ਦੇ ਦਰਬਾਰ 'ਚ ਪਹਿਲਾਂ ਹੀ ਮਸਲਾ ਸੀ ਤੇ ਜੇ ਇਹ ਬਾਹਰ ਜਾ ਕੇ ਬਹਿੰਦੇ ਤੇ ਕੁਦਰਤੀ ਪੰਜਾਬ ਸਰਕਾਰ ਤੇ ਹੋਰ ਸੰਕਟ ਵੱਧਦਾ। ਸੋ ਸੁਣਿਆ ਤਾਂ ਇਹ ਵੀ ਜਾਂਦਾ ਹੈ ਕਿ ਕਿਤੇ ਮੈਨੇਜਮੈਂਟ ਤਾਂ ਨਹੀਂ ਹੋਈ। ਦੇਖੋ ਤੁਸੀਂ ਜੋ ਮਰਜ਼ੀ ਕਹੋ, ਲੇਕਿਨ ਇੱਕ ਚੀਜ਼ ਦੇਖੋ ਕਿ ਕਈ ਵਾਰੀ ਆਪਣੇ ਦੁਸ਼ਮਣ ਨੂੰ ਮਾਰਨ ਦੇ ਲਈ ਇਹ ਤਸਵੀਰ ਦਾ ਦੂਜਾ ਪਹਿਲੂ ਦੇਖੋ ਵੀ ਕਈ ਵਾਰੀ ਜਿਸ ਤਰ੍ਹਾਂ ਹਮਲਾਵਰ ਹੋ ਕੇ ਅਕਾਲੀ ਦਲ ਬਾਦਲ ਆਇਆ ਅੱਗੇ ਇਸ ਮੁੱਦੇ ਦੇ ਉੱਤੇ, ਜੇ ਕਿਤੇ ਇਹਨਾਂ ਦੀ ਆਖਰ ਦੇਖੋ ਸੁਖਬੀਰ ਬਾਦਲ ਵੀ ਤੇ ਗਏ ਨੇ ਨਾ, ਸੁਖਬੀਰ ਬਾਦਲ ਵੀ ਮੈਂਬਰ ਪਾਰਲੀਮੈਂਟ ਨੇ, ਬਿਲਕੁਲ ਗਏ ਤੇ ਪੰਜਾਬ ਵੱਲੋਂ ਹੀ ਨੇ ਨਾ, ਲੇਕਿਨ ਉਹਨਾਂ ਦੀ ਜਿਹੜੀ ਨੀਤੀ ਦੇਖੋ ਵੀ ਇੱਕ ਪਾਸੇ ਉਹ ਗਵਰਨਰ ਹਾਊਸ ਦੇ ਅੰਦਰ ਜਾ ਕੇ ਗਵਰਨਰ ਨੂੰ ਮੰਗ ਪੱਤਰ ਦੇ ਰਹੇ ਨੇ, ਦੂਸਰੇ ਪਾਸੇ ਉਸੇ ਰਾਜ ਭਵਨ ਦੇ ਬਾਹਰ ਜਿੰਦਾਬਾਦ ਮੁਰਦਾਬਾਦ ਕਰ ਰਹੇ ਨੇ, ਜਿਹੜਾ ਕਿ ਕਦੀ ਤੁਸੀਂ ਦੋਨਾਂ ਚੀਜ਼ਾਂ ਨੂੰ ਆਪਸ ਵਿੱਚ ਬੈਲੈਂਸ ਨਹੀਂ ਕਰ ਸਕੋਗੇ। ਜਦੋਂ ਤੁਹਾਡੀ ਸੁਣੀ ਗਈ ਆ ਅੰਦਰ ਤੇ ਫਿਰ ਤੁਹਾਨੂੰ ਬਾਹਰ ਨਹੀਂ ਲੱਗਦਾ। ਲੇਕਿਨ ਇੱਥੇ ਫਿਰ ਪੱਲੜਾ ਭਾਰੀ ਪੈਂਦਾ ਆ ਬਾਜਵਾ ਦਾ ਤੇ ਦੂਲੋ ਦਾ ਕਿ ਅਸ਼ੋਪਲੇ ਜਿਹੇ ਆਏ ਆ, ਬੜੇ ਮਾਣ ਸਤਿਕਾਰ ਦੇ ਨਾਲ ਆਪਣੀ ਗੱਲ ਕਹੀ ਤੇ ਵਾਪਸ ਚਲੇ ਗਏ ਕਿਉਂਕਿ ਇਹ ਸੱਤਾਧਾਰੀ ਧਿਰ ਨਾਲ ਜੁੜੇ ਹੋਏ ਸੀ। ਤੇ ਜਿਹੜੀ ਗੱਲ ਅਸੀਂ ਪਹਿਲਾਂ ਕਰ ਚੁੱਕੇ ਹਾਂ ਕਿ ਰਾਜ ਸਭਾ ਦੇ ਵਿੱਚ ਇਸ ਵੇਲੇ ਭਾਜਪਾ ਨੂੰ ਕੁਝ ਬਿੱਲ ਪਾਸ ਕਰਨ ਲਈ ਰਾਜ ਸਭਾ ਮੈਂਬਰਾਂ ਦੀ ਲੋੜ ਹੈ। ਕਿਤੇ ਨਾ ਕਿਤੇ ਕਿਉਂਕਿ ਜਿਹੜੇ ਗਵਰਨਰ ਸਾਡੇ ਹੁੰਦੇ ਨੇ ਆਖਰ ਇਹ ਵੀ ਤੇ ਕੇਂਦਰ ਦੇ ਨੁਮਾਇੰਦੇ ਨੇ ਨਾ, ਸੋ ਇਸ ਕਰਕੇ ਉਸ ਦਰਖਾਸਤ ਨੂੰ ਜ਼ਰੂਰ ਭੇਜਿਆ ਗਿਆ ਹੋਏਗਾ। ਲੇਕਿਨ ਜਦੋਂ ਇਹ ਭੇਜਿਆ ਗਿਆ ਤੇ ਇਨ ਦੀ ਮੀਨ ਟਾਈਮ ਜਿਹੜਾ ਅਕਾਲੀ ਦਲ ਨੂੰ ਸਮਾਂ ਮਿਲਿਆ, ਜਿਹੜੇ 3-4 ਦਿਨ ਉਹਨਾਂ ਨੇ ਲਾਏ ਨੇ, ਉਹਨਾਂ 3-4 ਦਿਨ 'ਚ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਕਿੱਥੇ ਖੜੇ ਨੇ। ਤੁਹਾਨੂੰ ਯਾਦ ਹੈ ਅਕਾਲੀ ਦਲ ਨੇ ਕਿਹਾ ਸੀ ਕਿ ਅਸੀਂ 10 ਤੱਕ ਨਹੀਂ, ਇਸ ਤੋਂ ਗਾਂਹ ਵੀ ਲੈ ਕੇ ਤੁਰਾਂਗੇ।
ਇਹ ਤੋਂ ਗਾਂ ਵੀ ਲੈ ਕੇ ਤੁਰਾਂਗੇ, ਲੇਕਿਨ ਅਚਨਚੇਤ ਸਾਰਾ ਕੁਝ ਤੁਹਾਨੂੰ ਦਿਸਦਾ ਪਿਆ ਵੀ ਖਤਮ ਹੈ। ਤੁਸੀਂ ਠੀਕ ਕਹਿ ਰਹੇ ਹੋ, ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਸਵਾਲ ਇਹ ਹੈ ਕਿ ਜਦੋਂ ਇਹ ਗੱਲ ਗਵਰਨਰ ਕੋਲ ਅਕਾਲੀ ਦਲ ਚੱਕਦਾ ਹੈ ਤੇ ਅਕਾਲੀ ਦਲ ਦੇ ਮੰਗ ਦੇ ਆਧਾਰ ਤੇ ਕੋਈ ਕੇਂਦਰ ਫੈਸਲਾ ਲੈਂਦਾ ਤੇ ਇਹ ਕਿਹਾ ਜਾਣਾ ਸੀ ਕਿ ਸਿਆਸੀ ਸ਼ਰੀਕੇਬਾਜ਼ੀ ਹੈ, ਔਰ ਇਹ ਸਿਆਸੀ ਹਮਲਾ ਹੋਇਆ ਵਾ ਕਾਂਗਰਸ ਦੀ ਸਰਕਾਰ ਨੂੰ ਅਸਥਿਰ ਕਰਨ ਲਈ ਸੀਬੀਆਈ ਦੀ ਵਰਤੋਂ ਦੀ ਗੱਲ ਹੋਈ ਆ, ਕੇਂਦਰ ਨੇ ਅਕਾਲੀਆਂ ਦੇ ਇਸ਼ਾਰੇ ਤੇ ਇਹ ਕੀਤਾ। ਲੇਕਿਨ ਜਦੋਂ ਇਹ ਮਹਿੰਗਾ ਉਦੋਂ ਪੈਂਦਾ ਹੈ ਜਦੋਂ ਦੋ ਸਾਬਕਾ ਪ੍ਰਧਾਨ ਤੇ ਮੈਂਬਰ ਮੌਜੂਦਾ ਰਾਜ ਸਭਾ ਇਹ ਕਹਿੰਦੇ ਆ ਰਾਜਪਾਲ ਨੂੰ, ਉਹਦੇ ਆਧਾਰ ਤੇ ਕੇਂਦਰ ਕੋਈ ਕਾਰਵਾਈ ਕਰਦਾ, ਭਾਵੇਂ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਸਾਰੇ ਜਿੰਨੇ ਵੀ ਜਮਾ ਜੋੜ ਹੈ ਉਹਦੇ ਵਿੱਚ ਕੇਂਦਰ ਨਾਲ ਸੋਹਣੇ ਸੰਬੰਧ ਹੈ, ਲੇਕਿਨ ਅਖੀਰ ਦੇ ਵਿੱਚ ਕੇਂਦਰ ਔਰ ਸਟੇਟ ਇੱਕ ਹੋਰ ਰਿਸ਼ਤੇ ਚ ਹੁੰਦੀ ਆ ਕਿ ਸਟੇਟ ਦੇ ਉੱਤੋਂ ਦੀ ਲੱਤ ਰੱਖ ਕੇ ਚੱਲੋ। ਜੇਕਰ ਸਰਕਾਰ ਨੂੰ ਕਦੇ ਮੁਸ਼ਕਲ ਆਵੇ ਕੇਂਦਰ ਦੇ ਵਿੱਚ ਤੇ ਇਹਨਾਂ ਦੀ ਬਾਹ ਮਰੋੜ ਲਓ। ਸੋ ਏਜੰਸੀਆਂ ਇਸ ਮਾਮਲੇ 'ਚ ਵਧੀਆ ਰੋਲ ਪਲੇ ਕਰਦੀਆਂ ਆਈਆਂ, ਪਿੱਛੇ ਇਤਿਹਾਸ ਇਹ ਆ। ਸੋ ਸਰਦਾਰ ਸਾਹਿਬ ਇੱਥੇ ਤਾਂ ਕਰਕੇ ਮੈਨੂੰ ਲੱਗਦਾ ਹੈ, ਮੈਨੂੰ ਤੇ ਸ਼ੰਕਾ ਹੋਰ ਵੀ ਆ ਜੀ, ਇੱਕ ਸ਼ੰਕਾ ਮੇਰੇ ਕੋਲ ਹੋਰ ਵੀ ਆ ਕਿ ਜਦੋਂ ਪੰਜਾਬ ਦੇ ਵਿੱਚ ਜਿਹੜੀ ਜਾਂਚ ਸ਼ਰਾਬ ਦੇ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਹੋ ਰਹੀ ਹੈ ਜੀ, ਉਹਦੇ ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਲੋਕ ਇਨਸਾਫ ਪਾਰਟੀ ਹੈ, ਚਾਹੇ ਬਾਦਲ ਅਕਾਲੀ ਦਲ ਹੈ, ਸਾਰੇ ਬਾਰ-ਬਾਰ ਕਹਿ ਰਹੇ ਨੇ ਕਿ ਹੇਠਲੇ ਪੱਧਰ ਦੇ ਲੋਕ ਜਿਹੜੇ ਸੀ ਉਹ ਫੜੇ ਗਏ, ਜਿਨ੍ਹਾਂ ਦੀ ਸਰਪ੍ਰਸਤੀ ਸੀ ਉਹਨਾਂ ਨੂੰ ਹੱਥ ਨਹੀਂ ਪਾਇਆ ਗਿਆ। ਇਹ ਇੱਕ ਨੁਕਤਾ ਸੀ। ਲੇਕਿਨ ਦੂਸਰਾ ਨੁਕਤਾ ਇਹ ਸੀ ਜਿਹੜੀ ਗੱਲ ਤ੍ਰਿਪਤ ਰਜਿੰਦਰ ਬਾਜਵਾ ਨੇ ਕਹੀ ਸੀ ਕਿ ਇਹ ਮਾਫੀਏ ਜਿਹੜੇ ਨੇ ਇਹ ਸੱਤਾ ਦੇ ਨਾਲ ਹੀ ਚੱਲਦੇ ਨੇ ਜੀ, ਤੇ ਖਤਰਾ ਦੂਸਰੇ ਪਾਸੇ ਵੀ ਬਰਾਬਰ ਬਣਿਆ ਹੋਇਆ ਸੀ ਜੀ। ਇਹ ਤੇ ਹੈ ਨਹੀਂ ਸੀ ਕਿ ਇਹ ਜਿਹੜੇ ਮਾਫੀਏ ਨੇ ਰਾਤੋਂ ਰਾਤ ਪੈਦਾ ਹੋਏ ਨੇ। ਆਖਰ ਇਹਨਾਂ ਦੀ ਪੁਸ਼ਤ ਪਨਾਹੀ ਸਿਰਫ 3 ਸਾਲ ਚ ਨਹੀਂ ਹੋਈ, ਪਿਛਲੇ ਕਈ ਸਾਲਾਂ ਤੋਂ ਹੁੰਦੀ ਆਈ ਹੋਏਗੀ। ਇੱਕ ਮੌਜੂਦਾ ਉਧਰ ਕਦੀ ਉਧਰ ਇੱਕ ਮੌਜੂਦਾ ਮੈਂਬਰ ਪਾਰਲੀਮੈਂਟ ਮੇਰੇ ਨਾਲ ਆਫ ਦਾ ਰਿਕਾਰਡ ਗੱਲ ਕਰਦੇ ਦੱਸਦੇ ਆ ਕਿ ਆਖਰ ਕਿਉਂ ਇਹ ਜਿਹੜੀ ਜਾਂਚ ਕੁਝ ਸੀਮਤ ਘੇਰਿਆਂ ਤੱਕ ਕਿਉਂ, ਜਿੱਥੇ ਇੰਜ ਹੋਇਆ ਐਸਏਟੀ ਉਹਦੇ ਲਈ ਕਿਉਂ? ਬਿਲਕੁਲ ਉਹ ਕਹਿੰਦੇ ਜੀ ਇਹ ਸਾਰੇ ਪੰਜਾਬ ਦੇ ਵਿੱਚ ਪੁਲਿਸ ਐਕਸ਼ਨ ਹੋਵੇ, ਇਹ ਥੋੜੀ ਮਾਤਰਾ ਜਿੱਥੋਂ ਨੁਕਸਾਨ ਹੋ ਗਏ ਉੱਥੇ ਭਰਪਾਈ ਕਰ ਲਓ, ਉਹਦੇ ਜਿਹੜੇ ਦੇ ਅੱਗੇ ਤੁਰੇ ਜਾਓ, ਲੇਕਿਨ ਬਾਕੀ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਉਹਦੇ ਤੇ ਨਜ਼ਰਸਾਨੀ ਕੈਪਟਨ ਸਾਹਿਬ ਨੂੰ ਕਰਨੀ ਚਾਹੀਦੀ ਆ। ਭਾਵੇਂ ਕਿ ਇਹ ਕਿਹਾ ਜਾ ਰਿਹਾ ਕਿ ਵੱਖ-ਵੱਖ ਥਾਈਂ ਐਕਸਾਈਜ਼ ਔਰ ਪੁਲਿਸ ਤੇ ਰਲ ਕੇ ਛਾਪੇ ਹੋ ਰਹੇ ਆ ਔਰ ਲਾਲ ਲੂਣ ਫੜੀ ਜਾ ਰਹੀ ਹੈ, ਲੇਕਿਨ ਗੈਰ ਕਾਨੂੰਨੀ ਕੈਮੀਕਲ ਜਿਹੜਾ ਹੈ ਸਪਿਰਿਟ ਵਗੈਰਾ ਉਹਨੂੰ ਦੇਖ ਕੇ ਅਜੇ ਵੀ ਇੰਜ ਲੱਗਦਾ ਹੈ ਕਿ ਬਹੁਤ ਕੁਝ ਹੋਰ ਵੱਡੇ ਨੁਕਸਾਨ ਹੋ ਸਕਦੇ। ਸਰਦਾਰ ਸਾਹਿਬ ਇੱਕ ਅਹਿਮ ਮੇਰੇ ਕੋਲ ਇਨਫੋਰਮੇਸ਼ਨ ਸੀ ਕਿ ਪ੍ਰਤਾਪ ਸਿੰਘ ਬਾਜਵਾ ਔਰ ਕੈਪਟਨ ਅਮਰਿੰਦਰ ਸਿੰਘ ਦੇ ਦਰਮਿਆਨ ਜਿਹੜੀਆਂ ਦੂਰੀਆਂ ਸੀ ਇਹਨਾਂ ਨੂੰ ਘਟਾਉਣ ਲਈ ਪਹਿਲਾਂ ਐਫਰਟਸ ਵੀ ਹੋਏ। ਇਹ ਐਫਰਟਸ ਹੁਣ ਨਹੀਂ ਹੋਏ, ਇਹ ਕੁਝ ਸਮਾਂ ਪਹਿਲਾਂ ਇਸ ਮਾਮਲੇ ਨੂੰ ਕਾਫੀ ਅੱਗੇ ਤੱਕ ਲਿਜਾਇਆ ਗਿਆ। ਫਿਰ ਸਰਕਾਰ ਦੇ ਵਿੱਚ ਕੈਪਟਨ ਸਾਹਿਬ ਦੇ ਕਿਹੜੇ ਸਲਾਹਕਾਰ ਇਹਦੇ ਅੱਗੇ ਰੋੜਾ ਬਣਦੇ ਆ ਕਿ ਉਹਦੇ 'ਚ ਕੋਈ ਹੋਰ ਸੰਬੰਧਿਤ ਇਧਰਲੇ ਇਲਾਕੇ ਦੇ ਜਿਹਨਾਂ ਨੂੰ ਮਾਝੇ ਵਾਲੇ ਕਹਿੰਦੇ ਆ ਇਹਨਾਂ 'ਚੋਂ ਕੋਈ ਆੜੇ ਆਇਆ, ਇਹ ਸਮਝ ਨਹੀਂ ਆਈ। ਲੇਕਿਨ ਸੁਣਿਆ ਕਿ ਤਰਨਤਾਰਨ ਸਾਈਡ ਤੋਂ ਇੱਕ ਮੈਂਬਰ ਪਾਰਲੀਮੈਂਟ ਇਸ ਮਾਮਲੇ 'ਚ ਮੋਹਰੀ ਰੋਲ ਅਦਾ ਕਰਦੇ ਆ ਔਰ ਮਨੀਸ਼ ਤਿਵਾੜੀ ਦਾ ਜ਼ਿਕਰ ਵੀ ਹੋਇਆ ਇਸ ਮਾਮਲੇ 'ਚ ਕਿ ਉਹਨਾਂ ਨੇ ਵੀ ਸ਼ੁਰੂਆਤੀ ਐਫਰਟਸ ਲਾਏ ਆ ਔਰ ਇਹਦੇ ਵਿੱਚ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਦਾ ਵੀ ਜ਼ਿਕਰ ਹੁੰਦਾ ਰਿਹਾ। ਇੱਕ ਇਸ ਆਪਸੀ ਸਹਿਚਾਰ ਦੀਆਂ ਮੀਟਿੰਗਸ ਦੇ ਤੋਂ ਬਾਅਦ ਇੱਕ ਮੌਕੇ ਤੇ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਬਾਜਵਾ ਦੀ ਸਿਟਿੰਗ ਮਿਨਿਸਟਰੀ ਹੋਮ ਮਿਨਿਸਟਰੀ ਤੇ ਫਿਰ ਉਹੀ ਹੋਈ ਨਾ ਮੀਟਿੰਗ ਇੱਕ ਵਾਰੀ ਹੋ ਵੀ ਗਈ, ਲੇਕਿਨ ਇਹ ਸਮਝ ਨਹੀਂ ਆਈ ਕਿ ਕੈਪਟਨ ਅਮਰਿੰਦਰ ਸਿੰਘ ਇਹਨੂੰ ਟਾਲਦੇ ਰਹੇ ਔਰ ਸਮਾਂ ਰਹਿੰਦਿਆਂ ਪ੍ਰਤਾਪ ਸਿੰਘ ਬਾਜਵੇ ਨਾਲ ਉਹਨਾਂ ਦੀ ਇਹ ਮਨ ਮਨੌਤ ਨਹੀਂ ਹੋ ਸਕੀ, ਕਿਉਂਕਿ ਜਾਣਨ ਵਾਲੇ ਜਾਣਦੇ ਆ ਕਿ ਨਵਜੋਤ ਸਿੰਘ ਸਿੱਧੂ ਨਾਲ ਪਰੇਸ਼ਾਨੀ ਦੇ ਵਿੱਚੋਂ ਜਿਹੜਾ ਇਹ ਵੱਖਰੇ ਪਾਸੇ ਚੁੱਪ ਕਰਕੇ ਬੈਠੇ ਲੋਕ ਸੀ ਇਹਨਾਂ ਨੂੰ ਸੀਨੇ ਨਾਲ ਲਾਉਣਾ ਸਿਆਸੀ ਤੌਰ ਤੇ ਵਾਰਾ ਖਾਂਦਾ ਸੀ। ਹੁਣ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਪ੍ਰਤਾਪ ਸਿੰਘ ਬਾਜਵੇ ਦੀ ਸ਼ਬਦਾਵਲੀ ਤੁਸੀਂ ਦੇਖੀ ਹੋਣੀ, ਆਖੜ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਜਿਹੜਾ ਹਮਲਾ, ਇਹ ਇੰਜ ਲੱਗਦਾ ਕਿ ਇੱਕ ਡਿੱਗੇ ਪਏ ਬੰਦੇ ਨੂੰ ਬਹੁਤ ਵੱਡੀ ਆਕਸੀਜਨ ਮਿਲ ਗਈ, ਬਹੁਤ ਸਾਰਾ ਮਾਈਲੇਜ ਮਿਲ ਗਿਆ ਔਰ ਉਹ ਬੰਦਾ ਲੋਕਾਂ ਦੇ ਵਿੱਚ ਇੱਕ ਵਾਰੀ ਫੇਰ ਕੱਦ ਬਣਾ ਗਿਆ ਸਿਆਸੀ ਤੌਰ ਤੇ। ਹੁਣ ਉਹ ਨੈਗੋਸੀਏਸ਼ਨ ਜਿੱਥੇ ਮਰਜ਼ੀ ਕਰੇ, ਲੇਕਿਨ ਜਦੋਂ ਅੱਜ ਸਚਿਨ ਪਾਇਲਟ ਨੂੰ ਰਾਹੁਲ ਗਾਂਧੀ ਇੱਥੇ ਹੁਣ ਤੁਸੀਂ ਠੀਕ ਆ ਗਏ ਹੋ ਤੇ ਉਹ ਰਾਹੁਲ ਗਾਂਧੀ ਨੂੰ ਮਿਲ ਸਕਦੇ ਆ ਤੇ ਇਹਦਾ ਮਤਲਬ ਹੈ ਕਿ ਕਿਤੇ ਵੀ ਕੁਝ ਸੰਭਾਵਨਾ ਬਣੀ ਹੋਈ ਹੈ।
ਸਮਝੌਤਾ ਐਕਸਪ੍ਰੈਸ ਜਿਹੜੀ ਹੈ ਸੱਤਾ ਬਚਾਉਣ ਲਈ ਕੁਝ ਵੀ ਹੋ ਸਕਦਾ ਜੀ, ਕਿਉਂਕਿ ਮੱਧ ਪ੍ਰਦੇਸ਼ 'ਚ ਕਾਂਗਰਸ ਮਾਤ ਖਾ ਚੁੱਕੀ ਹੈ ਜੀ, ਰਾਜਸਥਾਨ ਉਹ ਗਵਾਉਣਾ ਨਹੀਂ ਚਾਹੁੰਦੀ ਤੇ ਯਕੀਨਨ ਉਹ ਪੰਜਾਬ ਵੀ ਸਮੇਂ ਤੋਂ ਪਹਿਲਾਂ ਨਹੀਂ ਗਵਾਉਣਾ ਚਾਹੁੰਦੀ। ਬਿਲਕੁਲ। ਸੋ ਇਹ ਸਾਰੇ ਜਿਹੜੇ ਜਮਾ ਘਟਾਓ ਨੇ ਉਸ ਪੱਖੋਂ ਤੁਰਦੇ ਨੇ, ਲੇਕਿਨ ਸਿਆਸਤ ਦੇ ਵਿੱਚ ਕਈ ਵਾਰੀ ਬਹੁਤ ਵਾਰ ਦੇਖਿਆ ਜਾਂਦਾ ਜਿਹਨੂੰ ਮੋਹਰਾ ਬਣਾ ਕੇ ਵਰਤਿਆ ਜਾਂਦਾ ਉਹਨੂੰ ਕਲਾਵੇ 'ਚ ਲੈ ਕੇ ਮਾਰਨ ਦੀ ਨੀਤੀ ਵੀ ਚੱਲਦੀ ਹੈ। ਤੁਹਾਡਾ ਮਤਲਬ ਸੁਨੀਲ ਜਾਖੜ ਤੋਂ? ਬਿਲਕੁਲ। ਕੱਲ ਤੱਕ ਤੁਹਾਨੂੰ ਯਾਦ ਹੈ ਕਿ ਜਦੋਂ ਉੱਥੇ ਕਿਹਾ ਗਿਆ ਸੀ ਗੁਰਦਾਸਪੁਰ ਕਿ ਬਿਹਤਰੀਨ ਮੁੱਖ ਮੰਤਰੀ, ਜੀ, ਉਸ ਵੇਲੇ ਜਦੋਂ ਉਹਨੂੰ ਬਿਹਤਰੀਨ ਮੁੱਖ ਮੰਤਰੀ ਸੀ ਉਸ ਵੇਲੇ ਹੀ ਘੱਟੋ ਘੱਟ ਇਹਨਾਂ ਨੂੰ ਇਸ਼ਾਰਾ ਕਰ ਦਿੱਤਾ ਗਿਆ ਸੀ ਕਿ ਇਹ ਮੁੱਖ ਮੰਤਰੀ ਵਾਲੇ ਪਾਸੇ ਜਾਣਾ, ਐਵੇਂ ਡਰੀ ਨਾ ਜਾਓ। ਪਰ ਕੈਪਟਨ ਅਮਰਿੰਦਰ ਸਿੰਘ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਆਪਣੇ ਨਾਲ ਤੁਰੇ ਬੰਦਿਆਂ ਨੂੰ ਥੋੜੀ ਕੀਤਿਆਂ ਮਰਨ ਨਹੀਂ ਦਿੰਦੇ ਸਿਆਸੀ ਤੌਰ ਤੇ। ਇਹ ਸਿਆਸਤ 'ਚ ਨਹੀਂ ਕਿਹਾ ਜਾ ਸਕਦਾ। ਸਿਆਸਤ ਤੇ ਬੜਾ ਸਾਫ਼ ਆ, ਤੁਸੀਂ ਉਦਾਹਰਨ ਦਿੰਦੇ ਹੁੰਦੇ ਹੋ, ਜਿੰਨੇ ਚਿੰਤਕ ਨੇ ਉਹ ਉਹੀ ਉਦਾਹਰਨ ਦਿੰਦੇ ਨੇ ਕਿ ਪਿਓ ਨੇ ਪੁੱਤ ਨੂੰ ਕਿਹਾ ਸੀ ਕਿ ਪੌੜੀ ਤੇ ਚੜ੍ਹ ਜਾ, ਮੈਂ ਥੱਲੇ ਖੜਾ ਆ, ਤੇ ਬਾਅਦ 'ਚ ਕਿਹਾ ਸੀ ਕਿ ਬਸ ਪੌੜੀ ਖਿੱਚਦੀ, ਕਹਿੰਦਾ ਪਾਪਾ ਇਹ ਕੀ ਆ, ਕਹਿੰਦਾ ਬਸ ਇਹ ਸਿਆਸਤ। ਕਿਉਂਕਿ ਇਸ ਵੇਲੇ ਜਿਹੜੀ ਸਿਆਸਤ ਆ ਉਹ ਨਾ ਤੇ ਲੋਕਤੰਤਰ ਹੈ ਜੀ, ਨਾ ਚਾਣਕਿਆ ਨੀਤੀ ਆ, ਨਾ ਕੋਈ ਹੋਰ ਹੈ। ਇਸ ਵੇਲੇ ਹੈਗੀ ਕੁਟਲ ਨੀਤੀ ਜੀ, ਜਿਹਦਾ ਤੁਹਾਨੂੰ ਨਹੀਂ ਪਤਾ ਲੱਗਦਾ। ਜੋ ਕੁਝ ਜਿੰਨੀਆਂ ਮੁਲਾਕਾਤਾਂ ਹੁੰਦੀਆਂ ਤੁਹਾਨੂੰ ਬਾਹਰੋਂ ਕੁਝ ਹੋਰ ਲੱਗਦਾ, ਅੰਦਰ ਜਾ ਕੇ ਕਮਰਿਆਂ ਦੇ ਅੰਦਰ ਕੀ ਹੁੰਦਾ ਉਹ ਸਾਡੇ ਕੋਲੋਂ ਉਦੋਂ ਤੱਕ ਲੁਕਿਆ ਰਹਿੰਦਾ ਜਦ ਤੱਕ ਅਗਲੀ ਘਟਨਾ ਦੀ ਸਾਹਮਣੇ ਆਉਂਦੀ। ਸਰਦਾਰ ਸਾਹਿਬ, ਇਹ ਬੜੇ ਅਹਿਮ ਪਹਿਲੂ ਆ ਜਿਹੜਾ ਇੱਕ ਸਾਡੇ ਕੋਲ ਕੁਝ ਕਨਸੋਆਂ ਸੀਗੀਆਂ ਔਰ ਬੜੀਆਂ ਸਪਸ਼ਟ ਸੀ। ਮੇਰੀ 2-3 ਲੋਕਾਂ ਨਾਲ ਗੱਲ ਵੀ ਇਸ ਮਾਮਲੇ 'ਚ ਹੁੰਦੀ ਹੈ। ਜਿਹੜੇ ਮੈਂਬਰ ਪਾਰਲੀਮੈਂਟ ਨੇ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨੇ, ਖਾਸ ਤੌਰ ਤੇ ਜਿਹੜੀ ਸੱਤਾਧਾਰੀ ਧਿਰ ਹੁੰਦੀ ਆ ਉਹਦੇ ਮੈਂਬਰ ਪਾਰਲੀਮੈਂਟ ਦੀਆਂ ਖਾਹਿਸ਼ਾਂ ਜ਼ਿਆਦਾ ਵੱਧ ਜਾਂਦੀਆਂ। ਬਿਲਕੁਲ। ਇਸ ਵੇਲੇ ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟ ਕਾਂਗਰਸ ਵਾਲੀ ਸਾਈਡ ਤੋਂ ਨੇ, ਭਾਵੇਂ ਰਾਜ ਸਭਾ ਤੇ ਭਾਵੇਂ ਲੋਕ ਸਭਾ ਦੇ ਵਿੱਚ ਨੇ, ਚਲੋ ਰਾਜ ਸਭਾ ਵਾਲੇ ਤਾਂ ਪਾਸੇ ਕਿਨਾਰਾ ਕਰ ਹੀ ਗਏ, ਜਿਹੜੇ ਲੋਕ ਸਭਾ 'ਚ ਬੈਠੇ ਮੈਂਬਰ ਨੇ ਉਹ ਵੀ ਮਹਿਸੂਸ ਕਰਦੇ ਆ ਕਿ ਸਾਡੀ ਤਾਂ ਯਾਰ ਪੁੱਛ ਪੜਤਾਲ ਹੀ ਕੋਈ ਨਹੀਂ। ਅਸੀਂ ਤਾਂ ਇੰਜ ਲੱਗਦਾ ਜਿਵੇਂ ਇਸ ਪੰਜਾਬ ਵਾਲੀ ਸਰਕਾਰ ਦਾ ਕੋਈ ਹਿੱਸਾ ਹੀ ਨਹੀਂ। ਸਾਡੇ ਬੰਦੇ ਐਡਜਸਟ ਕੋਈ ਨਹੀਂ ਹੁੰਦੇ, ਸਾਡੇ ਬੰਦਿਆਂ ਨੂੰ ਅਹਿਮੀਅਤ ਕੋਈ ਨਹੀਂ ਮਿਲਦੀ। ਔਰ ਇਹ ਕਈ ਪੱਧਰ ਤੇ ਇਸ ਤਰ੍ਹਾਂ ਦੀ ਸੁਗ ਬਗਾਟ ਆ, ਕਈ ਜਗ੍ਹਾ ਤੇ ਇਸ ਤਰ੍ਹਾਂ ਦੀ ਤਲਖੀ ਆ। ਸੋ ਕੈਪਟਨ ਅਮਰਿੰਦਰ ਸਿੰਘ ਲਈ ਇਹ ਬੜਾ ਜ਼ਰੂਰੀ ਹੋਊਗਾ ਕਿ ਉਹ ਆਪਣੇ ਮੈਂਬਰ ਪਾਰਲੀਮੈਂਟਸ ਨਾਲ ਰਾਬਤਾ ਜੇ ਨਹੀਂ ਬਣਾਉਂਦੇ ਤੇ ਇਹ ਧੁਖਦੀ ਹੋਈ ਬਲ ਵੀ ਸਕਦੀ ਹੈ। ਇਹ ਹੋਰ ਵੀ ਇਸ ਫਹਿਰਿਸਤ ਵਿੱਚ, ਇਸ ਲਾਈਨ 'ਚ ਸ਼ਾਮਲ ਹੋ ਸਕਦੇ ਆ ਲੋਕ। ਦਿੱਲੀ ਦੇ ਗੇੜੇ ਮਾਰਨ ਵਾਲੇ, ਦਿੱਲੀ 'ਚ ਬੈਠੇ ਇਹ ਮੈਂਬਰ ਇਹ ਸਮਝਦੇ ਆ ਕਿ ਪੰਜਾਬ ਵੱਲੋਂ ਤਾਂ ਅਸੀਂ ਇੱਕ ਤਰ੍ਹਾਂ ਨਾਲ ਕਾਰਨਰ ਕੀਤੇ ਹੋਏ ਆ। ਸੋ ਇਹ ਸਿਆਸੀ ਤੌਰ ਤੇ ਪਾਵਰਫੁਲ ਹੁੰਦਿਆਂ ਵੀ ਆਪਣੇ ਆਪ ਨੂੰ ਕਮਜ਼ੋਰ, ਨਿਹੱਥੇ ਤੇ ਨਥਾਵੇਂ ਮੰਨਦੇ ਆ, ਕਿਉਂਕਿ ਥਾਂ ਕੋਈ ਨਹੀਂ ਮਿਲਦੀ। ਹਰੇਕ ਐਮਐਲਏ ਦਾ ਆਪਣਾ ਹਲਕਾ ਹੈ ਤੇ ਫਿਰ ਮੈਂਬਰ ਪਾਰਲੀਮੈਂਟ ਦਾ ਕਿਹੜਾ ਹਲਕਾ ਉਹਨੂੰ ਇਹ ਵੀ ਸਮਝ ਨਹੀਂ ਆਉਂਦੀ। ਅੱਜ ਤੱਕ ਇਹ ਦੱਸਿਆ ਕਿ ਉਹ ਤੇ ਗੱਡੀ ਤੇਲ ਫੂਕਣ ਜੋਗਾ, ਫਿਰ ਉਹ ਵੀ ਸਰਕਾਰੀ ਤੇਲ ਫੂਕਣ ਜੋਗਾ ਆ ਜੀ। ਦੇਖੋ ਜਦੋਂ ਵੀ ਜਿੰਨੇ ਪ੍ਰੋਜੈਕਟ ਜਿਹੜੇ ਆ, ਨਵਜੋਤ ਸਿੱਧੂ ਕਈ ਵਾਰੀ ਗੱਲ ਕਰਦੇ ਨੇ, ਆਖਰਕਾਰ ਉਹ ਪ੍ਰੋਜੈਕਟ ਚਾਹੇ 에ਅਰਪੋਰਟ ਦਾ ਹੋਵੇ, ਚਾਹੇ ਕੋਈ ਜਿਹੜੇ ਹੈਗੇ ਆ ਅੰਡਰਲਾਈਨ ਬ੍ਰਿਜ ਜਿਹੜੇ ਨੇ, ਰੇਲਵੇ ਬ੍ਰਿਜ ਨੇ, ਉਹਨਾਂ ਦੀ ਗੱਲ ਹੋਵੇ, ਜਦ ਤੱਕ ਕੇਂਦਰ ਹਰੀ ਝੰਡੀ ਨਹੀਂ ਦਿੰਦਾ ਥੱਲੇ ਕੁਝ ਨਹੀਂ ਹੋ ਸਕਦਾ ਜੀ। ਕੀ ਕਾਰਨ ਸੀ ਕਿ ਜਿਹੜੀ ਸੈਂਟਰਲ ਯੂਨੀਵਰਸਿਟੀ ਸੀ ਉਹ ਇੱਥੋਂ ਮਾਲਵੇ ਚਲੇ ਗਈ ਜੀ। ਸਭ ਕੁਝ ਬਦਲਿਆ ਨਾ ਤੁਹਾਡੇ ਸਾਹਮਣੇ ਜੀ। ਜਦ ਤੱਕ ਤੁਹਾਡੀ ਉੱਪਰ ਹੈ ਨਹੀਂ, ਹੁੱਕ ਨਹੀਂ ਹੈ, ਉਦ ਤੱਕ ਕੁਝ ਨਹੀਂ ਹੋ ਸਕਦਾ। ਲੇਕਿਨ ਗੱਲ ਉਹੀ ਆ ਕਿ ਜਿਹੜੇ ਲੋਕ ਪੰਜਾਬ 'ਚ ਬੈਠੇ ਨੇ ਉਹ ਕਹਿੰਦੇ ਨੇ ਕਿ ਸਾਡੀ ਕੁਰਬਾਨੀ ਜ਼ਿਆਦਾ ਆ ਜੀ। ਔਰ ਕਈ ਜਗ੍ਹਾ ਦੇ ਉੱਤੇ ਮੈਂ ਤੇ ਖੁਦ ਇਸ ਲੋਕ ਸਭਾ ਦੇ ਵਿੱਚ 2019 ਵਾਲੀ 'ਚ ਵੀ ਤੇ ਉਸ ਤੋਂ ਪਹਿਲਾਂ ਵੀ ਸਾਰਾ ਨਜ਼ਾਰਾ ਦੇਖਿਆ ਹੋਇਆ ਕਿ ਜਿਹੜਾ ਬੰਦਾ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਿਹਾ ਉਹਨੂੰ ਵਧਾਏ ਐਮਐਲਏ ਉਮੀਦਵਾਰ ਇਦਾਂ ਵੇਖਦੇ ਜਿੱਦਾਂ ਇਹ ਫਾਲਤੂ ਜਿਹਾ ਬੰਦਾ ਆ ਗਿਆ। ਬਿਲਕੁਲ ਠੀਕ ਹੈ। ਉਹ ਕਹਿੰਦੇ ਸੀ ਯਾਰ ਅਸੀਂ ਤੇ ਆਪਣੇ ਹਲਕੇ 'ਚ ਕੰਮ ਕਰਨਾ ਹੀ ਕਰਨਾ, ਹੁਣ ਇਹਦੀ ਖਾਤਰ ਵੀ ਕਰੀਏ, ਇਹਦੇ ਲਈ ਵੋਟਾਂ ਮੰਗੀਏ। ਬਿਲਕੁਲ ਠੀਕ ਹੈ। ਸਰਦਾਰ ਸਾਹਿਬ, ਜਿਹੜੀ ਇੱਕ ਖਬਰ ਹੋਰ ਆਈ ਸੀਗੀ ਔਰ ਸਪਸ਼ਟ ਹੋ ਗਈ ਅੱਜ ਦੁਪਹਿਰ ਤੋਂ ਬਾਅਦ, ਸਰਦਾਰ ਮਿੱਠੂ ਸਿੰਘ ਕਾਨੇਕੇ ਇਹ ਕਿਤੇ ਸੁਣੇ ਜਾਂਦੇ ਆ ਕਿ ਅਕਾਲੀ ਦਲ ਦੇ ਵਿੱਚ ਹੁਣ ਵਰਕਰ ਦੀ ਕੋਈ ਸੁਣਵਾਈ ਨਹੀਂ, ਪੰਥਕ ਮੁੱਦਿਆਂ ਦਾ ਕੋਈ ਅਹਿਮ ਕੋਈ ਰੋਲ ਨਹੀਂ ਰਿਹਾ। ਇਸ ਵੇਲੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਾਲੋਂ ਪਰਿਵਾਰ ਭਾਰੂ ਆ। ਸੋ ਮੈਂ ਉਹਨਾਂ ਨੂੰ ਸੁਣ ਰਿਹਾ ਸੀ, ਕਿਤੇ ਉਹ ਬੜੇ ਤਲਖ ਸੀਗੇ, ਅਸਤੀਫਾ ਦੇ ਚੁੱਕੇ ਆ, ਮੁੱਢਲੀ ਮੈਂਬਰਸ਼ਿਪ ਛੱਡ ਚੁੱਕੇ ਆ।
ਅਕਾਲੀ ਦਲ ਲਈ ਅਗਲੇ ਦਿਨਾਂ ਦੇ ਵਿੱਚ 6-7 ਹੋਰ ਨਾਂ ਜਿਹੜੇ ਉਸ ਖੇਤਰ ਤੋਂ ਆ ਰਹੇ, ਜਿਨ੍ਹਾਂ ਤਿੰਨਾਂ ਦਾ ਅਸੀਂ ਜ਼ਿਕਰ ਵੀ ਕੀਤਾ ਸੀ। ਹੁਣ ਉਹਨਾਂ ਤਿੰਨਾਂ ਦੇ ਨਾਲ ਕੁਝ ਦੂਜੀ ਤੀਜੀ ਕਤਾਰ ਦੇ ਆਗੂ ਵੀ ਸ਼ਾਮਲ ਹੋਏ। ਬਿਲਕੁਲ ਠੀਕ ਹੈ, ਇਹਨਾਂ ਦੇ ਉੱਤੇ ਇੱਕ ਵੱਖਰਾ ਐਪੀਸੋਡ ਜ਼ਰੂਰ ਕਰਾਂਗੇ। ਇਹ ਸਿਆਸਤ ਹੈ, ਸਿਆਸਤ ਦੇ ਵਿੱਚ ਪਤਾ ਨਹੀਂ ਹੁੰਦਾ ਕਿ ਕੌਣ ਕਦ ਕਿਹਦੇ ਨਾਲ ਹੈ। ਸੋ ਅਸੀਂ ਇਹਨਾਂ ਸੰਭਾਵਨਾਵਾਂ ਤੇ ਲਗਾਤਾਰ ਗੱਲ ਕਰਦੇ ਰਹਿੰਦੇ ਹਾਂ। ਸਿਆਸਤ ਪੰਜਾਬੀਆਂ ਨੂੰ ਚੰਗੀ ਲੱਗਦੀ ਆ, ਅਸੀਂ ਤੁਹਾਡੀ ਹਾਜ਼ਰੀ ਦੇ ਵਿੱਚ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਸਰਦਾਰ ਜੀ ਬਹੁਤ ਮਿਹਰਬਾਨੀ।